वाहिगुरु जी का खालसा वाहिगुरु जी की फतेह। तीरथ तप दया दत दान, जे को पावै तिल का मान। सुनिया मन्निया मन कीता भाओ, अंतरगत तीरथ मल नाओ। सब गुण तेरे मैं नाही कोए, विण गुण कीते भगत ना होए। सुअस्त आथ बाणी बरमाओ, सत सुहान सदा मन चाओ। कवन सुवेला वखत कवन, कवन थित कवन वार। कवन से रुत्ती माह कवन, जित हुआ आकार। वेल ना पाइया पंडिती, जे होवै लेख पुराण। वखत ना पायो कादियाँ, जे लिखन लेख कुरान। थित वार ना जोगी जानै, रुत माह ना कोई। जां करता सिर ठीकौ साजे, आपे जाने सोई। किव कर आखां किव सालाही, क्यों वरनी किव जाना। नानक आखण सब को आखै, एक दूं एक सियाणा। वड्डा साहिब वड्डी नाई, कीता जाका होवै। नानक जे को आपौ जानै, अग्गै गया ना सोहै। गुरु रूप साध संगत जीओ, पिछली पौड़ी ਦੇ ਵਿੱਚ ਆਪਾਂ ਨੇ ਵਿਚਾਰਿਆ ਸੀ ਕਿ ਜਿਵੇਂ ਮਨ ਦੀ ਸਫਾਈ ਦੇ ਨਾਲ ਤਨ ਦੀ ਸਫਾਈ ਸੰਭਵ ਨਹੀਂ ਹੈ, ਇਸੇ ਤਰ੍ਹਾਂ ਤਨ ਦੀ ਸਫਾਈ ਦੇ ਨਾਲ ਮਨ ਦੀ ਸਫਾਈ ਵੀ ਸੰਭਵ ਨਹੀਂ ਹੈ। ਦੋਵਾਂ ਦਾ ਆਪੋ ਆਪਣਾ ਵੱਖਰਾ ਵੱਖਰਾ ਮਹੱਤਵ ਹੈ, ਵੱਖਰੇ ਵੱਖਰੇ ਢੰਗ ਨੇ। ਬੰਦਾ ਤਨ ਦੀ ਸਫਾਈ ਦਾ ਤਾਂ ਦੂਸਰਿਆਂ ਕੋਲੋਂ ਵੀ ਕਰਵਾ ਸਕਦਾ ਹੈ, ਤਨ ਦੀ ਸਫਾਈ ਲਈ ਕਿਸੇ ਦੀ ਮਦਦ ਲੈ ਸਕਦਾ ਹੈ, ਪਰ ਮਨ ਦੀ ਸਫਾਈ ਲਈ ਸਾਰਾ ਉਦਮ ਆਪ ਕਰਨਾ ਪੈਂਦਾ ਹੈ। ਹੁਣ ਗੁਰੂ ਸਾਹਿਬ ਜੀ ਨੇ ਦੁਬਾਰਾ ਇਹ ਦ੍ਰਿੜ ਕਰਵਾਉਂਦੇ ਹੋਏ ਸਾਨੂੰ ਸਮਝ ਦਿੱਤੀ ਹੈ ਕਿ ਵਿਖਾਵੇ ਦੇ ਕਰਮ ਸਾਡੀ ਆਤਮਿਕ ਉન્નਤੀ ਦੇ ਵਿੱਚ ਕਿਸੇ ਕੰਮ ਨਹੀਂ ਆਉਂਦੇ। ਸਾਡੇ ਇਸ ਧਰਮ ਦੀਆਂ ਪੌੜੀਆਂ ਦੇ ਵਿੱਚ ਸਾਡੇ ਮਦਦਗਾਰ ਨਹੀਂ ਬਣਦੇ। ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਵੇਲੇ ਦੇ ਪ੍ਰਚਲਿਤ ਜਿਹੜੇ ਧਾਰਮਿਕ ਕਾਰਜ ਸੀ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਹੈ। ਤੀਰਥ ਇਸ਼ਨਾਨ ਬਾਰੇ ਗੁਰੂ ਸਾਹਿਬ ਜੀ ਨੇ ਪਹਿਲਾਂ ਵੀ ਸਿੱਧਾਂ ਦਿੱਤੀਆਂ ਨੇ। ਗੁਰੂ ਸਾਹਿਬ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਇਸ ਦਾ ਇੱਕ ਆਪਣਾ ਮਹੱਤਵ ਹੈ। ਹੁਣ ਜਦੋਂ ਇਸ ਪੌੜੀ ਨੂੰ ਆਪਾਂ ਗਹੁ ਦੇ ਨਾਲ ਵਿਚਾਰਦੇ ਹਾਂ ਤੇ ਆਪਾਂ ਦੇਖਦੇ ਹਾਂ ਕਿ ਭਾਰਤੀ ਪਰੰਪਰਾ ਦੇ ਵਿੱਚ, ਭਾਰਤ ਦੇ ਇਤਿਹਾਸ ਦੇ ਵਿੱਚ ਤੀਰਥਾਂ 'ਤੇ ਜਾ ਕੇ ਦਾਨ ਦੇਣਾ ਇਤਿਆਦਿਕ ਧਾਰਮਿਕ ਕਰਮ ਕਰਨੇ ਬੜੇ ਮਹਾਨ ਕਰਮ ਗਿਣੇ ਜਾਂਦੇ ਸੀ, ਔਰ ਅੱਜ ਵੀ ਇਹ ਗਿਣੇ ਜਾਂਦੇ ਨੇ। ਇਸ ਵਾਸਤੇ ਹਿੰਦੁਸਤਾਨ ਦੀ ਧਰਤੀ ਨੂੰ ਤੀਰਥਾਂ ਦਾ ਦੇਸ਼ ਵੀ ਕਿਹਾ ਜਾਂਦਾ। ਹਰ ਸੂਬੇ ਦੇ ਵਿੱਚ ਤੀਰਥ ਨੇ, ਇੰਜ ਕਹਿ ਲਓ ਕਿ ਹਰ ਸ਼ਹਿਰ ਦੇ ਵਿੱਚ ਹੀ ਸ਼ਾਇਦ ਤੀਰਥ ਨੇ। ਨਦੀਆਂ ਦਰਿਆਵਾਂ ਦੇ ਕੰਢੇ 'ਤੇ ਪਰੰਪਰਾ ਬਣੀ ਹੋਈ ਹੈ, ਕੋਈ ਨਾ ਕੋਈ ਤੀਰਥ ਹਰ ਸ਼ਹਿਰ ਦੇ ਨਾਲ ਜੁੜਿਆ ਹੋਇਆ ਹੈ।
ਹੁਣ ਗੁਰੂ ਸਾਹਿਬ ਜੀ ਨੇ ਇੱਥੇ ਜਿਹੜੀ ਗੱਲ ਕੀਤੀ ਹੈ, ਸਾਹਿਬ ਕਹਿੰਦੇ ਤੀਰਥ ਤਪ ਦਇਆ ਦਤ ਦਾਨ ਲਮੇਰੀ ਪੌੜੀ ਹੈ। ਆਪਾਂ ਨੇ ਇਸ ਪੌੜੀ ਨੂੰ ਬੜੇ ਗਹੁ ਦੇ ਨਾਲ ਵਿਚਾਰਨ ਦਾ ਯਤਨ ਕਰਨਾ ਹੈ। ਸਾਹਿਬ ਜੀ ਕਹਿੰਦੇ ਕਿ ਲੋਕ ਤੀਰਥ ਯਾਤਰਾ ਕਰਦੇ ਨੇ, ਤਪ ਸਾਧਨਾ ਕਰਦੇ ਨੇ, ਜੀਵਾਂ ਤੇ ਦਇਆ ਕਰਦੇ ਨੇ, ਫਿਰ ਦਤ ਦਾਨ ਵੀ ਦਿੰਦੇ ਨੇ। ਪਰ ਇਹਨਾਂ ਕਰਮਾਂ ਦੇ ਬਦਲੇ ਜੇ ਕਿਸੇ ਮਨੁੱਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤੇ ਉਹ ਕਿੰਨੀ ਕੁ ਮਿਲੇਗੀ? ਰਤਾ ਮਾਤਰ। ਜੇ ਕੋ ਪਾਵੇ ਤਿਲਕਾ ਮਾਨ, ਤਿਲ ਕਹਿੰਦੇ ਨੇ ਥੋੜਾ ਜਿਹਾ। ਕਿ ਜੇ ਕੋਈ ਤੀਰਥਾਂ ਤੇ ਗਿਆ, ਕਿਸੇ ਨੇ ਤਪ ਕੀਤੇ, ਕਿਸੇ ਜੀਵ ਤੇ ਦਇਆ ਕੀਤੀ, ਦਾਨ ਕਰ ਦਿੱਤਾ, ਸਭ ਕਹਿੰਦੇ ਇਹਦੇ ਬਦਲੇ ਕਿੰਨਾ ਕੁ ਮਾਣ ਮਿਲੇਗਾ? ਲੋਕ ਵੱਧ ਤੋਂ ਵੱਧ ਇਹੋ ਕਹਿਣਗੇ ਨਾ ਵੀ ਹਾਂਜੀ ਇਹਨੇ ਤੀਰਥ ਯਾਤਰਾ ਕੀਤੀ, ਇਹਨੇ ਤਪ ਕੀਤੇ, ਇਹਨੇ ਕਿਸੇ ਜੀਵ ਤੇ ਦਇਆ ਕੀਤੀ, ਦਾਨ ਕੀਤਾ। ਇਹਦੇ ਬਦਲੇ ਕੁਝ ਲੋਕ ਇਹ ਕਹਿ ਦੇਣਗੇ ਕਿ ਹਾਂਜੀ ਇਹ ਬੜਾ ਵੱਡਾ ਤੀਰਥੀ ਹੈ, ਇਹ ਬੜਾ ਵੱਡਾ ਤਪੀ ਹੈ, ਇਹ ਦਾਨੀ ਹੈ। ਸਭ ਕਹਿੰਦੇ ਇਹਦੇ ਬਦਲੇ ਕੇਵਲ ਥੋੜਾ ਜਿਹਾ ਤਿਲ ਮਾਤਰ ਹੀ ਕੇਵਲ ਮਾਣ ਸਨਮਾਨ ਮਿਲਦਾ ਹੈ। ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ, ਪਰ ਸਾਹਿਬ ਕਹਿੰਦੇ ਠੀਕ ਆ ਦੁਨਿਆਵੀ ਤੌਰ ਤੇ ਥੋੜਾ ਜਿਹਾ ਮਾਣ ਮਿਲ ਜਾਏਗਾ, ਪਰ ਰੱਬੀ ਨਜ਼ਰਾਂ ਦੇ ਵਿੱਚ ਤੇ ਉਹ ਤੇਰਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਵੀ ਤੇਰੇ ਲਈ ਸਗੋਂ ਹੋਰ ਵਧੇਰੇ ਭਾਰ ਚੜ੍ਹਨ ਵਾਲਾ ਕੰਮ ਬਣ ਗਿਆ। ਸ਼ਬਦ ਪੜ੍ਹਦੇ ਹਾਂ ਬਾਣੀ ਵਿੱਚੋਂ, ਸਾਹਿਬ ਕਹਿੰਦੇ ਇੱਕ ਭਉ ਲੱਥੀ ਨਹਾਤਿਆਂ, ਦੋਏ ਭਾ ਚੜ੍ਹੀਏ ਸੋਹੋਰ। ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਮਨੁੱਖ ਤਾਂ ਗਿਆ ਕਿ ਉੱਥੇ ਜਾ ਕੇ ਪਾਪ ਉਤਰ ਜਾਣਗੇ, ਪਰ ਉੱਥੇ ਜਾ ਕੇ ਸਗੋਂ ਹੋਰ ਦੂਣੀ ਮੱਲ ਹਉਮੈ ਦੀ ਲਾ ਕੇ ਆ ਗਿਆ। ਜਾਂ ਗੁਰੂ ਸਾਹਿਬ ਕਹਿੰਦੇ ਤੀਰਥ ਜਾਉ ਤਾਂ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਤੀਰਥਾਂ ਤੇ ਜਾ ਕੇ ਵੀ ਬੰਦਾ ਮੈਂ ਕਰਦਾ ਕਿ ਮੈਂ ਤੀਰਥਾਂ ਦੀ ਯਾਤਰਾ ਕੀਤੀ, ਤੇ ਜਿਹੜੇ ਪੰਡਿਤ ਲੋਕ ਨੇ ਉਹਨਾਂ ਨੂੰ ਵੀ ਪੁੱਛ ਲਓ, ਸਾਹਿਬ ਕਹਿੰਦੇ ਉਹ ਵੀ ਮਾਇਆ ਦੇ ਨਾਲ ਮਸਤ ਨੇ, ਮਾਇਆ ਦੇ ਨਾਲ ਰੱਤੇ ਹੋਏ ਨੇ। ਇਹਦਾ ਮਤਲਬ ਤੀਰਥਾਂ ਤੇ ਗੁਰਮਤ ਦੇ ਅਨੁਸਾਰ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ, ਤਪ ਕਰਨੇ, ਕਿਸੇ ਭਾਵਨਾ ਦੇ ਨਾਲ ਕਿ ਦਇਆ ਕੀਤਿਆਂ ਸ਼ਾਇਦ ਰੱਬ ਦੀ ਪ੍ਰਾਪਤੀ ਹੋ ਜਾਏ, ਦਾਨ ਕਰਨੇ, ਸਾਹਿਬ ਕਹਿੰਦੇ ਇਹ ਗੁਰਮਤ ਦੇ ਵਿੱਚ ਪ੍ਰਵਾਨ ਨਹੀਂ। ਹਾਂ, ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਦੀ ਇੱਕ ਜਿਹੜੀ ਮਨੌਤ ਸੀ ਉਹਨੂੰ ਲੈ ਕੇ ਗੱਲ ਕੀਤੀ ਕਿ ਚਲੋ ਮੰਨ ਲਓ ਤੁਸੀਂ ਇਵੇਂ ਕਰਦੇ ਹੋ, ਪਰ ਇਹਦਾ ਕਿੰਨਾ ਕੁ ਮਾਣ ਸਤਿਕਾਰ ਮਿਲੇਗਾ? ਦੁਨੀਆ ਦੇ ਵਿੱਚ ਥੋੜਾ ਜਿਹਾ ਤਿਲ ਮਾਤਰ ਮਾਣ ਮਿਲ ਜਾਏਗਾ, ਪਰ ਹਕੀਕਤ ਦੇ ਵਿੱਚ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਸਾਹਿਬ ਕਹਿੰਦੇ ਅਸਲੀਅਤ ਇਹੋ ਹੈ, ਤੀਰਥਾਂ ਤੇ ਜਾ ਕੇ ਵਰਤ ਰੱਖ ਕੇ ਦਾਨ ਪੁੰਨ ਕਰਕੇ ਫਿਰ ਮਨੁੱਖ ਹੰਕਾਰੀ ਬਣ ਗਿਆ ਔਰ ਉਹਦਾ ਆ ਸਭ ਕੁਝ ਕੀਤਾ ਇਵੇਂ ਦਾ ਹੈ। ਸਭ ਕਹਿੰਦੇ ਜਿਵੇਂ ਹਾਥੀ ਨੂੰ ਮਹਾਵਤ ਇਸ਼ਨਾਨ ਕਰਾਏ ਤੇ ਇਸ਼ਨਾਨ ਕਰਨ ਤੋਂ ਬਾਅਦ ਉਹ ਹਾਥੀ ਫਿਰ ਬਾਹਰ ਨਿਕਲ ਕੇ ਚਿੱਕੜ ਦੇ ਵਿੱਚ ਜਾ ਕੇ ਤੇ ਸੁੰਡ ਦੇ ਵਿੱਚ ਚਿੱਕੜ ਭਰ ਕੇ ਫਿਰ ਆਪਣੇ ਸਰੀਰ ਤੇ ਸੁੱਟ ਲੈਂਦਾ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸ਼ਨਾਨ। ਸਭ ਕਹਿੰਦੇ ਉਹਦੀ ਹਾਲਤ ਇਹ ਹੈ। ਇਸ ਕਰਕੇ ਜੇ ਕੋਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ, ਜੇ ਕੋਈ ਤਪ ਸਾਧਨਾ ਕਰਦਾ, ਜੀਵਾਂ ਤੇ ਦਇਆ ਕਰਦਾ, ਦਾਨ ਕਰਦਾ, ਸਭ ਕਹਿੰਦੇ ਉਹਦੇ ਬਦਲੇ ਉਹਨੂੰ ਮਨੁੱਖੀ ਤੌਰ ਤੇ ਦੁਨਿਆਵੀ ਤੌਰ ਤੇ ਰੱਤਾ ਮਾਤਰ ਹੀ ਮਾਣ ਸਤਿਕਾਰ ਮਿਲਦਾ ਹੈ, ਥੋੜਾ ਜਿਹਾ ਹੀ। ਸੁਣਿਆ, ਮੰਨਿਆ, ਮਨ ਕੀਤਾ ਭਾਉ, ਫਿਰ ਕਰਨਾ ਕੀ ਚਾਹੀਦਾ? ਜੇ ਤੀਰਥ ਇਸ਼ਨਾਨ ਤੇ ਜਾ ਕੇ ਰੱਤਾ ਮਾਤਰ ਹੀ ਮਾਣ ਸਤਿਕਾਰ ਮਿਲਦਾ, ਫਿਰ ਸਾਹਿਬ ਜੀ ਕਰਨਾ ਕੀ ਚਾਹੀਦਾ? ਰੱਬੀ ਦਰ ਤੋਂ ਕਿਵੇਂ ਸਾਨੂੰ ਮਾਣ ਸਤਿਕਾਰ ਮਿਲੇ? ਜੇ ਮਨੁੱਖੀ ਤੌਰ ਤੇ ਹੀ ਥੋੜਾ ਜਿਹਾ ਤਿਲ ਮਾਤਰ ਮਾਣ ਸਤਿਕਾਰ ਮਿਲਦਾ ਤੇ ਰੱਬੀ ਦਰ ਤੋਂ ਤੇ ਬਿਲਕੁਲ ਹੀ ਨਹੀਂ ਮਿਲਦਾ ਹੋਏਗਾ। ਫਿਰ ਕਿਹੜਾ ਕਾਰਜ ਕੀਤਾ ਜਾਏ ਕਿ ਜਿਹਦੇ ਨਾਲ ਰੱਬੀ ਦਰ ਤੇ ਪ੍ਰਵਾਨ ਹੋ ਸਕੀਏ? ਕਿਹੜੀ ਉਹ ਮਰਿਆਦਾ ਹੈ, ਕਿਹੜਾ ਉਹ ਤੀਰਥ ਹੈ ਜਿੱਥੇ ਇਸ਼ਨਾਨ ਕੀਤਿਆਂ, ਦਾਨ ਕੀਤਿਆਂ ਅਸੀਂ ਰੱਬ ਦੇ ਦਰ ਤੇ ਪ੍ਰਵਾਨ ਚੜ੍ਹ ਸਕਦੇ ਹਾਂ? ਸਭ ਕਹਿੰਦੇ ਇਵੇਂ ਕਰਨਾ ਚਾਹੀਦਾ। ਸੁਣਿਆ, ਮੰਨਿਆ, ਮਨ ਕੀਤਾ ਭਾਉ। ਸੁਣਿਆ, ਸੁਣਨਾ, ਮੰਨਿਆ, ਜੋ ਸੁਣਿਆ ਉਹਨੂੰ ਮੰਨਣਾ, ਤੇ ਤੀਸਰੀ ਗੱਲ ਹੈ ਮਨ ਕੀਤਾ ਭਾਉ। ਮਨ ਦੇ ਵਿੱਚ
उस अकाल पुरख परमात्मा ਲਈ प्यार पैदा करना। ਹੁਣ ਪਹਿਲੀ पंक्ति ਵਿੱਚ ਗੱਲ आई तीर्थां ਦੀ। देश ਦੇ ਵਿੱਚ बड़े तीर्थ ने, खास करके हिंदुस्तान की गल करिए बहुत तीर्थ ने, पर ਜਿਹੜਾ तीर्थां ਦਾ राजा वो त्रिवेणी ਦੇ संगम ਨੂੰ, प्रयाग ਨੂੰ ਮੰਨਿਆ ਜਾਂਦਾ है।